ਓਮ ਸ਼ਾਂਤੀ। ਅੱਜ ਸੁਣਦੇ ਹਾਂ 8 ਸਤੰਬਰ 2021 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਆਪਣੇ ਤੋਂ ਵੱਡਿਆਂ ਦਾ ਰਿਗਾਰਡ ਰੱਖਣਾ ਇਹ ਵੀ ਦੈਵੀ ਗੁਣ ਹੈ। ਜੋ ਹੁਸ਼ਿਆਰ ਚੰਗਾ ਸਮਝਾਉਣ ਵਾਲੇ ਨੇ ਉਹਨਾਂ ਨੂੰ ਫਾਲੋ ਕਰਨਾ ਹੈ। ਪ੍ਰਸ਼ਨ ਹੈ, ਸਤਯੁਗ ਵਿੱਚ ਕੋਈ ਵੀ ਭਗਤੀ ਦੀ ਰਸਮ ਰਿਵਾਜ ਨਹੀਂ ਹੁੰਦੀ, ਕਿਉਂ? ਉੱਤਰ, ਕਿਉਂਕਿ ਗਿਆਨ ਦਾ ਸਾਗਰ ਬਾਪ ਗਿਆਨ ਦੇ ਕੇ ਸਦਗਤੀ ਵਿੱਚ ਭੇਜ ਦਿੰਦੇ ਨੇ। ਭਗਤੀ ਦਾ ਫਲ ਮਿਲ ਜਾਂਦਾ ਹੈ। ਗਿਆਨ ਮਿਲਣ ਨਾਲ ਭਗਤੀ ਨੂੰ ਜਿਵੇਂ ਡਾਈਵੋਰਸ ਹੋ ਜਾਂਦਾ ਹੈ। ਜਦੋਂ ਹੈ ਹੀ ਗਿਆਨ ਦੀ ਪ੍ਰਲਬਧ ਦਾ ਸਮੇਂ, ਤਾਂ ਭਗਤੀ ਤਪ ਦਾਨ ਪੁੰਨ ਕਰਨ ਦੀ ਜ਼ਰੂਰਤ ਹੀ ਕੀ? ਉੱਥੇ ਕੋਈ ਇਹ ਰਸਮ ਹੋ ਨਹੀਂ ਸਕਦੀ। ਓਮ ਸ਼ਾਂਤੀ। ਪਤਿਤ ਪਾਵਨ ਸ਼ਿਵ ਭਗਵਾਨੋਵਾਚ। ਹੁਣ ਬਾਪ ਬੈਠ ਬੱਚਿਆਂ ਨੂੰ ਗਿਆਨ ਸੁਣਾਉਂਦੇ ਨੇ। ਬੱਚਿਆਂ ਨੂੰ ਸਮਝਾਇਆ ਗਿਆ ਹੈ, ਜਦੋਂ ਮੈਂ ਇੱਥੇ ਆਂਦਾ ਹਾਂ ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ, ਤਾਂ ਗਿਆਨ ਸੁਣਾਉਂਦਾ ਹਾਂ। ਹੋਰ ਕੋਈ ਇਹ ਸਿਖਾ ਨਾ ਸਕੇ। ਉਹ ਤਾਂ ਭਗਤੀ ਸਿਖਾਉਂਦੇ ਨੇ, ਗਿਆਨ ਸਿਰਫ ਤੁਸੀਂ ਬੱਚੇ ਹੀ ਸਿੱਖਦੇ ਹੋ ਜੋ ਆਪਣੇ ਆਪ ਨੂੰ ਬ੍ਰਹਮਾ ਕੁਮਾਰ ਕੁਮਾਰੀਆਂ ਸਮਝਦੇ ਹੋ। ਦਿਲਵਾੜਾ ਮੰਦਿਰ ਤੁਹਾਡੇ ਸਾਹਮਣੇ ਖੜਿਆ ਹੈ। ਉੱਥੇ ਵੀ ਰਾਜਯੋਗ ਦੀ ਤਪੱਸਿਆ ਵਿੱਚ ਬੈਠੇ ਨੇ। ਜਗਤ ਅੰਬਾ ਵੀ ਹੈ, ਪ੍ਰਜਾਪਿਤਾ ਵੀ ਹੈ, ਕੁਆਰੀ ਕੰਨਿਆ ਅਦਰ ਕੁਆਰੀ ਵੀ ਹੈ। ਬਾਪ ਰਾਜਯੋਗ ਸਿਖਾ ਰਹੇ ਨੇ। ਉੱਪਰ ਰਾਜਾਈ ਦੇ ਚਿੱਤਰ ਵੀ ਖੜੇ ਨੇ। ਬਾਪ ਕੋਈ ਭਗਤੀ ਨਹੀਂ ਸਿਖਾਉਂਦੇ। ਭਗਤੀ ਵੀ ਉਹਨਾਂ ਦੀ ਕਰਦੇ ਨੇ ਜੋ ਸਿਖਾ ਕੇ ਗਏ ਨੇ, ਪਰੰਤੂ ਉਹਨਾਂ ਨੂੰ ਪਤਾ ਨਹੀਂ ਕੌਣ ਰਾਜਯੋਗ ਸਿਖਾ ਕੇ ਰਾਜਾਈ ਸਥਾਪਨ ਕਰਕੇ ਗਏ ਨੇ। ਤੁਸੀਂ ਬੱਚੇ ਜਾਣਦੇ ਹੋ, ਭਗਤੀ ਅਲੱਗ ਹੈ, ਗਿਆਨ ਅਲੱਗ ਹੈ। ਗਿਆਨ ਸੁਣਾਉਣ ਵਾਲਾ ਇੱਕ ਬਾਪ ਹੈ, ਹੋਰ ਕੋਈ ਸੁਣਾ ਨਾ ਸਕੇ। ਗਿਆਨ ਦਾ ਸਾਗਰ ਇੱਕ ਬਾਪ ਹੀ ਹੈ। ਉਹੀ ਆ ਕੇ ਗਿਆਨ ਸੁਣਾ ਕੇ ਪਤਿਤਾਂ ਨੂੰ ਪਾਵਨ ਬਣਾਉਂਦੇ ਨੇ। ਹੋਰ ਜੋ ਵੀ ਸਤਸੰਗ ਆਦਿ ਨੇ, ਉਹਨਾਂ 'ਚ ਕੋਈ ਵੀ ਗਿਆਨ ਸਿਖਾ ਨਹੀਂ ਸਕਦੇ। ਪਰ ਆਪਣੇ ਆਪ ਨੂੰ ਸ਼੍ਰੀ ਸ਼੍ਰੀ 108 ਜਗਤ ਗੁਰੂ ਭਗਵਾਨ ਵੀ ਕਹਿੰਦੇ ਨੇ। ਪਰ ਐਵੇਂ ਕੋਈ ਕਹਿ ਨਹੀਂ ਸਕਦਾ ਕਿ ਮੈਂ ਸਭ ਦਾ ਬਾਪ ਪਰਮ ਪਿਤਾ ਪਰਮਾਤਮਾ ਗਿਆਨ ਦਾ ਸਾਗਰ ਹਾਂ। ਉਹਨਾਂ ਨੂੰ ਕੋਈ ਪਰਮ ਪਿਤਾ ਵੀ ਨਹੀਂ ਕਹਿੰਦੇ। ਇਹ ਤਾਂ ਜਾਣਦੇ ਹੋ ਨਾ ਕਿ ਪਰਮ ਪਿਤਾ ਪਰਮਾਤਮਾ ਗਿਆਨ ਦਾ ਸਾਗਰ ਹੈ। ਇਹ ਪੁਆਇੰਟ ਬੁੱਧੀ ਵਿੱਚ ਚੰਗੀ ਤਰ੍ਹਾਂ ਰੱਖਣੀ ਹੈ। ਮਨੁੱਖ ਕਹਿੰਦੇ ਨੇ ਕਿ ਬ੍ਰਹਮਾ ਕੁਮਾਰੀਆਂ ਭਗਤੀ ਨੂੰ ਡਾਈਵੋਰਸ ਦਿੰਦੀਆਂ ਨੇ, ਪਰ ਜਦ ਗਿਆਨ ਮਿਲਦਾ ਹੈ ਤਾਂ ਭਗਤੀ ਨੂੰ ਡਾਈਵੋਰਸ ਦੇਣਾ ਹੀ ਹੈ। ਐਵੇਂ ਨਹੀਂ ਕਿ ਜਦੋਂ ਭਗਤੀ ਵਿੱਚ ਜਾਂਦੇ ਹੈ ਉਸ ਸਮੇਂ ਮਾਲੂਮ ਪੈ ਜਾਏਗਾ ਕਿ ਗਿਆਨ ਨੂੰ ਡਾਈਵੋਰਸ ਦਿੰਦੇ ਹਾਂ। ਨਹੀਂ, ਉਹ ਤਾਂ ਆਟੋਮੈਟਿਕਲੀ ਰਾਵਣ ਰਾਜ ਵਿੱਚ ਆ ਜਾਂਦੇ ਹੋ। ਹੁਣ ਤੁਹਾਨੂੰ ਸਮਝ ਮਿਲੀ ਹੈ। ਬਾਬਾ ਸਾਨੂੰ ਰਾਜਯੋਗ ਸਿਖਾ ਰਹੇ ਨੇ। ਰਾਜਯੋਗ ਦਾ ਗਿਆਨ ਹੈ, ਇਸ ਨੂੰ ਭਗਤੀ ਨਹੀਂ ਕਹਾਂਗੇ। ਭਗਵਾਨ ਗਿਆਨ ਦਾ ਸਾਗਰ ਹੈ, ਉਹ ਕਦੇ ਭਗਤੀ ਨਹੀਂ ਸਿਖਾਣਗੇ। ਭਗਤੀ ਦਾ ਫਲ ਹੈ ਗਿਆਨ। ਗਿਆਨ ਤੋਂ ਹੁੰਦੀ ਹੈ ਸਦਗਤੀ। ਕਲਯੁਗ ਦੇ ਅੰਤ ਵਿੱਚ ਸਭ ਦੁਖੀ ਨੇ, ਇਸ ਲਈ ਇਸ ਪੁਰਾਣੀ ਦੁਨੀਆ ਨੂੰ ਦੁੱਖ ਧਾਮ ਕਿਹਾ ਜਾਂਦਾ ਹੈ। ਇਹਨਾਂ ਗੱਲਾਂ ਨੂੰ ਤੁਸੀਂ ਬੱਚੇ ਹੀ ਸਮਝਦੇ ਹੋ। ਬਾਬਾ ਆਇਆ ਹੋਇਆ ਹੈ ਭਗਤੀ ਦਾ ਫਲ ਦੇਣ, ਅਰਥਾਤ ਸਦਗਤੀ ਦੇਣ। ਰਾਜਯੋਗ ਸਿਖਾ ਰਹੇ ਨੇ। ਇਹ ਪੁਰਾਣੀ ਦੁਨੀਆ ਜਿਸ ਦਾ ਵਿਨਾਸ਼ ਹੋਣਾ ਹੈ। ਸਾਨੂੰ ਰਾਜਾਈ ਚਾਹੀਦੀ ਹੈ ਨਵੀਂ ਦੁਨੀਆ ਵਿੱਚ। ਇਹ ਰਾਜਯੋਗ ਦਾ ਗਿਆਨ ਹੈ। ਗਿਆਨ ਸਿਖਾਉਣ ਵਾਲਾ ਇੱਕ ਪਰਮ ਪਿਤਾ ਪਰਮਾਤਮਾ ਸ਼ਿਵ ਹੈ। ਉਹਨਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ, ਕ੍ਰਿਸ਼ਨ ਨੂੰ ਨਹੀਂ। ਕ੍ਰਿਸ਼ਨ ਦੀ ਮਹਿਮਾ ਹੀ ਅਲੱਗ ਹੈ। ਜ਼ਰੂਰ ਅਗਲੇ ਜਨਮ ਵਿੱਚ ਕੋਈ ਅਜਿਹਾ ਕਰਮ ਕੀਤਾ ਹੋਵੇਗਾ ਜੋ ਪ੍ਰਿੰਸ ਬਣਿਆ। ਹੁਣ ਤੁਸੀਂ ਜਾਣਦੇ ਹੋ, ਅਸੀਂ ਰਾਜਯੋਗ ਦਾ ਗਿਆਨ ਲੈ ਨਵੀਂ ਦੁਨੀਆ ਵਿੱਚ ਸਵਰਗ ਦਾ ਪ੍ਰਿੰਸ ਪ੍ਰਿੰਸੈਸ ਬਣਾਂਗੇ। ਸਵਰਗ ਨੂੰ ਸਦਗਤੀ, ਨਰਕ ਨੂੰ ਦੁਰਗਤੀ ਕਿਹਾ ਜਾਂਦਾ। ਹੁਣ ਅਸੀਂ ਆਪਣੇ ਲਈ ਰਾਜ ਸਥਾਪਨ ਕਰ ਰਹੇ ਹਾਂ। ਬਾਕੀ ਜੋ ਇਹ ਗਿਆਨ ਨਹੀਂ ਲੈਣਗੇ, ਪਾਵਨ ਨਹੀਂ ਬਣਨਗੇ, ਰਾਜਧਾਨੀ ਵਿੱਚ ਆ ਨਹੀਂ ਸਕਣਗੇ, ਕਿਉਂਕਿ ਸਤਯੁਗ ਵਿੱਚ ਬਹੁਤ ਥੋੜੇ ਹੋਣਗੇ। ਕਲਯੁਗ ਅੰਤ ਵਿੱਚ ਇੰਨੇ ਢੇਰ ਮਨੁੱਖ ਨੇ, ਉਹ ਜ਼ਰੂਰ ਮੁਕਤੀ ਧਾਮ ਵਿੱਚ ਹੋਣਗੇ। ਗੁੰਮ ਨਹੀਂ ਹੋ ਜਾਂਦੇ, ਸਭ ਵਾਪਿਸ ਘਰ ਚਲੇ ਜਾਂਦੇ ਨੇ। ਹੁਣ ਬੱਚਿਆਂ ਨੂੰ ਘਰ ਯਾਦ ਰਹਿੰਦਾ ਹੈ ਕਿ 84 ਜਨਮਾਂ ਦਾ ਚੱਕਰ ਪੂਰਾ ਹੋਇਆ, ਨਾਟਕ ਪੂਰਾ ਹੁੰਦਾ ਹੈ।
अनेक वार चक्कर लगाया। ਇਹ ਬ੍ਰਾਹਮਣ ਬੱਚੇ ਹੀ ਜਾਣਦੇ ਨੇ। ਬ੍ਰਾਹਮਣ ਤਾਂ ਬੰਦੇ ਜਾਂਦੇ ਨੇ। 16,108 ਦੀ ਮਾਲਾ ਹੈ ਨਾ। ਸਤਜੁਗ ਵਿੱਚ ਬਹੁਤ ਨਹੀਂ ਹੋਣਗੇ। ਸਤਜੁਗ ਦਾ ਮਾਡਲ ਰੂਪ ਵਿਖਾਉਂਦੇ ਨੇ ਨਾ। ਵੱਡੀ ਚੀਜ਼ ਦਾ ਮਾਡਲ ਰੂਪ ਛੋਟਾ ਹੁੰਦਾ ਹੈ। ਜਿਵੇਂ ਸੋਨੇ ਦੀ ਦਵਾਰਿਕਾ ਵਿਖਾਉਂਦੇ ਨੇ। ਕਹਿੰਦੇ ਨੇ ਦਵਾਰਿਕਾ ਵਿੱਚ ਕ੍ਰਿਸ਼ਨ ਦਾ ਰਾਜ ਸੀ। ਹੁਣ ਦਵਾਰਿਕਾ ਕਵਾਂਗੇ ਜਾਂ ਦਿੱਲੀ ਕਹਾਂਗੇ। ਯਮੁਨਾ ਦਾ ਕੰਠਾ ਤਾਂ ਦਿੱਲੀ ਵਿੱਚ ਹੈ। ਉੱਥੇ ਤਾਂ ਸਾਗਰ ਹੈ। ਇਹ ਬੱਚੇ ਸਮਝਦੇ ਨੇ ਯਮੁਨਾ ਦਾ ਕੰਠਾ ਸੀ ਕੈਪੀਟਲ। ਦਵਾਰਿਕਾ ਕੈਪੀਟਲ ਨਹੀਂ, ਰਾਜਧਾਨੀ ਨਹੀਂ। ਦਿੱਲੀ ਮਸ਼ਹੂਰ ਹੈ। ਯਮੁਨਾ ਨਦੀ ਵੀ ਤਾਂ ਚਾਹੀਦੀ ਹੈ। ਯਮੁਨਾ ਦੀ ਵੀ ਮਹਿਮਾ ਹੈ। ਪਰ ਇਸ ਸਥਾਨ ਦਿੱਲੀ ਨੂੰ ਕਿਹਾ ਜਾਂਦਾ। ਵੱਡੀ ਗੱਦੀ ਦਿੱਲੀ ਹੀ ਹੋਵੇਗੀ। ਹੁਣ ਬੱਚੇ ਸਮਝਦੇ ਨੇ ਭਗਤੀ ਮਾਰਗ ਖਲਾਸ ਹੋ ਗਿਆਨ ਮਾਰਗ ਹੁੰਦਾ ਹੈ। ਇਹ दैवी ਰਾਜਧਾਨੀ ਸਥਾਪਨ ਹੋ ਰਹੀ ਹੈ। ਬਾਪ ਕਹਿੰਦੇ ਨੇ ਅੱਗੇ ਚੱਲ ਕੇ ਸਭ ਕੁਝ ਮਾਲੂਮ ਪੈ ਜਾਏਗਾ। ਕੌਣ ਕੌਣ ਕਿੰਨਾ ਪਾਸ ਹੁੰਦੇ ਨੇ। ਸਕੂਲ ਵਿੱਚ ਵੀ ਤਾਂ ਪਤਾ ਚੱਲ ਜਾਂਦਾ ਹੈ ਨਾ। ਫਲਾਣੇ ਫਲਾਣੇ ਐਨੇ ਨੰਬਰ ਤੋਂ ਪਾਸ ਹੋਏ ਨੇ। ਹੁਣ ਦੂਜੇ ਕਲਾਸ ਵਿੱਚ ਜਾਂਦੇ ਨੇ। ਪਿਛਾੜੀ ਸਮੇਂ ਵੀ ਜਾਸਤੀ ਪਤਾ ਪਵੇਗਾ ਕੌਣ ਕੌਣ ਪਾਸ ਹੁੰਦੇ ਨੇ। ਜੋ ਫਿਰ ट्रांसफर होंगे। क्लास तो वड्डा है ना, बेखत दा क्लास है। सेंटर दिन प्रतिदिन बदते जाएंगे। कोई आके 7 रोज का कोर्स चंगी तरह लैणगे। 1-2 रोज का कोर्स भी घट नहीं देखते ने। कलयुग का विनाश सामने खड़िया है। हुण सतो प्रधान बनना है। बाबा ने कहा बुद्धि योग मेरे नाल लगाओ तां सतो प्रधान बन जाओगे। पवित्र दुनिया विच आओगे। पाठ तो जरूर वजाना ही है। जिवें ड्रामा विच कल पहले पाठ वज चुकिया है। भारतवासी ही राज करते सी। फिर वृद्धि नूं पाया। झाड़ वृद्धि नूं पाउंदा जांदा है। भारतवासी देवी देवता धर्म वाले ने, पर पावन ना होने के कारण उन पावन देवतावां नूं पूजदे ने। जिवें क्रिश्चियन लोग क्राइस्ट नूं पूजदे ने। आदि सनातन देवी देवता धर्म है। सतयुग विच सतयुग की स्थापना करने वाला है एक बाप। बरोबर सतयुग विच इन देवतावां दा राज सी तां उन्हां ने एक जन्म पहले पुरुषार्थ किया होएगा। वो संगम का समय होएगा जदों पुरानी दुनिया बदल नवी दुनिया होंदी है। कलयुग बदल सतयुग आना है। कलयुग विच पतित होणगे। बाबा ने समझाया इन्हां लक्ष्मी नारायण का चित्र बनाते हो, लिटरेचर छपाते हो, उस विच भी लिख देना चाहिए है कि इन्हां ने इस सहज राजयोग के ज्ञान तो अगे जन्म विच ये पुरुषार्थ किया। सिर्फ राजा रानी तो नहीं होणगे ना, प्रजा भी बनती जाती है। अज्ञान विच कुछ भी मनुष्य नहीं जानते, सिर्फ पूजा करते रहते ने। हुण तुसी समझते हो वो लोग पूजा करते ने, सिर्फ लक्ष्मी नारायण नूं देखते रहते। ज्ञान कुछ भी नहीं। लोग समझते ने भगती बगैर भगवान नहीं मिलेगा। तुसी किसी नूं कहंदे हो भगवान आया होया है तां तुहाडे ते हसदे ने। भगवान आएगा कलयुग दे अंत विच, हुणे कित्थों आया। कलयुग दा अंत क्यों कहंदे ने ये भी नहीं जानते। वो तां कृष्ण नूं द्वापर विच लै गए ने। मनुक्खां नूं जो आंदा सो बोल दिंदे, बिगर समझदे। बाप कहंदे ने तुसी बिल्कुल ही बेसमझ बन गए हो। बाप नूं सर्वव्यापी कह देंदे ने। भगती मार्ग बाहर तो बड़ा खूबसूरत दिखाई देता है। भगती दी चमक किन्नी है। तुहाडे कोल कुछ भी नहीं। कित्थे भी सत्संग आदि विच जाओगे आवाज जरूर होवेगा, गीत गाणगे। इत्थे तां बाबा रिकार्ड भी पसंद नहीं करते। अगे चल के शायद ये भी बंद हो जान। बाबा कहंदे ने इन्हां गीतां आदि दा सब दा सार तुहानूं आके समझांदा हां। तुसी अर्थ जानते हो, ये पढ़ाई है। बच्चे जानते ने असी राजयोग सीख रहे हाँ। अगर घट पढ़ांगे तो प्रजा विच चले जावांगे। इसलिए जो बहुत होशियार ने उन्होंने फॉलो करना चाहिए है, क्योंकि उन्हों का पढ़ाई विच अटेंशन जास्ती रहिंदा है। उस तो फायदा भी होवेगा। जो अच्छा समझाने वाले ने उन्हों तो सीखना चाहिए है। जो अच्छा समझाते ने उन्होंने सेंटर ते भी याद करते रहते ने ना। ब्रह्मा कुमारी बैठी है फिर भी कहते ने फलानी आवे ना, समझते ने वो बड़ी होशियार सी। ऐजे है उन्हां दा आदर भी करना पैंदा है। वड्डियां दा रिगार्ड भी रखना हुंदा है। ये ज्ञान विचों साडे तो तीखे ने।
ਤਾਂ ਜ਼ਰੂਰ ਇਹਨਾਂ ਨੂੰ ਉੱਚ ਪਦ ਮਿਲੇਗਾ। ਇਸ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ। ਵੱਡਿਆਂ ਦੀ ਵੱਡੀ ਇੱਜ਼ਤ ਹੁੰਦੀ ਹੈ। ਪ੍ਰੈਜ਼ੀਡੈਂਟ ਦੀ ਜ਼ਰੂਰ ਜ਼ਿਆਦਾ ਇੱਜ਼ਤ ਹੋਵੇਗੀ ਨਾ। ਹਰ ਇੱਕ ਦੀ ਨੰਬਰਵਾਰ ਇੱਜ਼ਤ ਹੁੰਦੀ ਹੈ। ਇੱਕ ਦੋਗਾ ਰਿਗਾਰਡ ਤਾਂ ਰੱਖਾਂਗੇ ਨਾ। ਬੈਰਿਸਟਰ ਵਿੱਚ ਵੀ ਨੰਬਰਵਾਰ ਹੁੰਦੇ ਨੇ। ਵੱਡੇ ਕੇਸ ਵਿੱਚ ਵੱਡਾ ਹੁਸ਼ਿਆਰ ਵਕੀਲ ਲੈਂਦੇ ਨੇ। ਕੋਈ ਤਾਂ ਲੱਖਾਂ ਰੁਪਇਆਂ ਦਾ ਵੀ ਕੇਸ ਉਠਾਉਂਦੇ ਨੇ। ਨੰਬਰਵਾਰ ਜ਼ਰੂਰ ਹੁੰਦੇ ਨੇ। ਸਾਡੇ ਤੋਂ ਜੋ ਹੁਸ਼ਿਆਰ ਹੈ ਉਹਨਾਂ ਦਾ ਰਿਗਾਰਡ ਰੱਖਣਾ ਚਾਹੀਦਾ ਹੈ। ਸੈਂਟਰ ਸੰਭਾਲਣਾ ਹੈ, ਸਭ ਕੰਮ ਵੀ ਕਰਨਾ ਹੈ। ਬਾਬਾ ਨੂੰ ਸਾਰਾ ਦਿਨ ਖਿਆਲਾਤ ਰਹਿੰਦੇ ਨੇ ਨਾ, ਪ੍ਰਦਰਸ਼ਨੀ ਕਿਵੇਂ ਬਣਾਈ ਜਾਵੇ, ਪੂਰਾ ਅਟੈਂਸ਼ਨ ਦੇਣਾ ਹੈ। ਅਸੀਂ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਕਿਵੇਂ ਬਣੀਏ। ਬਾਪ ਆਏ ਨੇ ਸਤੋ ਪ੍ਰਧਾਨ ਬਣਾਉਣ। ਪਤਿਤ ਪਾਵਨ ਇੱਕ ਬਾਪ ਹੈ। ਉਹ ਫਿਰ ਕਹਿ ਦਿੰਦੇ ਪਤਿਤ ਪਾਵਨੀ ਗੰਗਾ। ਉਸ ਵਿੱਚ ਤਾਂ ਜਨਮ ਜਨਮਾਂਤਰ ਇਸ਼ਨਾਨ ਕਰਦੇ ਆਏ, ਪਾਵਨ ਤਾਂ ਕੋਈ ਬਣਿਆ ਹੀ ਨਹੀਂ। ਇਹ ਸਭ ਭਗਤੀ ਹੈ। ਜਦੋਂ ਕਹਿੰਦੇ ਹੋ ਪਤਿਤ ਪਾਵਨ ਆਓ, ਤਾਂ ਆਏਗਾ ਜ਼ਰੂਰ ਸੰਗਮ ਤੇ ਨਾ। ਜ਼ਰੂਰ ਇੱਕ ਵਾਰ ਆਉਂਦੇ ਨੇ। ਹਰ ਇੱਕ ਦੀ ਆਪਣੀ ਆਪਣੀ ਰਸਮ ਰਿਵਾਜ ਹੈ। ਜਿਵੇਂ ਨੇਪਾਲ ਵਿੱਚ ਅਸ਼ਟਮੀ ਤੇ ਬਲੀ ਚੜਾਉਂਦੇ ਨੇ। ਛੋਟੇ ਬੱਚੇ ਦੇ ਹੱਥ ਵਿੱਚ ਬੰਦੂਕ ਦੇ ਕੇ ਵੀ ਚਲਵਾਉਂਦੇ ਨੇ। ਉਹ ਵੀ ਬਲੀ ਚੜਾਵੇਗਾ। ਵੱਡਾ ਹੋਏਗਾ ਤਾਂ ਧੱਕ ਨਾਲ ਬਛੜੇ ਨੂੰ ਕੱਟ ਦੇਵੇਗਾ। ਕੋਈ ਘੱਟ ਧੱਕ ਲਗਾਇਆ, ਕੋਈ ਇੱਕ ਧੱਕ ਨਾਲ ਮਰ ਗਿਆ। ਜੇ ਧੱਕ ਨਾਲ ਨਾ ਮਰਿਆ ਤਾਂ ਬਲੀ ਸਵੀਕਾਰ ਨਹੀਂ ਹੋਈ, ਉਹ ਦੇਵੀ ਤੇ ਨਹੀਂ ਚੜਾਉਣਗੇ। ਇਹ ਸਭ ਭਗਤੀ ਮਾਰਗ ਹੈ। ਹਰ ਇੱਕ ਦੀ ਆਪਣੀ ਆਪਣੀ ਕਲਪਨਾ ਹੈ। ਕਲਪਨਾ ਤੇ ਹੀ ਫਾਲੋਅਰਸ ਬਣ ਜਾਂਦੇ ਨੇ। ਇੱਥੇ ਫਿਰ ਨਵੀਆਂ ਗੱਲਾਂ ਨੇ। ਇਸ ਨੂੰ ਬੱਚੇ ਹੀ ਜਾਣ ਸਕਦੇ ਨੇ। ਇੱਕ ਬਾਪ ਬੈਠ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਸੁਣਾਉਂਦੇ ਨੇ। ਤੁਹਾਨੂੰ ਖੁਸ਼ੀ ਰਹਿੰਦੀ ਹੈ। ਅਸੀਂ ਸਵਦਰਸ਼ਨ ਚੱਕਰਧਾਰੀ ਹਾਂ, ਹੋਰ ਕੋਈ ਸਮਝ ਨਾ ਸਕੇ। ਤੁਹਾਡੀ ਸਭਾ ਵਿੱਚ ਅਸੀਂ ਕਹਾਂਗੇ ਸਰਵੋਤਮ ਬ੍ਰਾਹਮਣ ਕੁਲਭੂਸ਼ਣ ਸਵਦਰਸ਼ਨ ਚੱਕਰਧਾਰੀ। ਹੁਣ ਇਸ ਦਾ ਅਰਥ ਤੁਸੀਂ ਹੀ ਸਮਝੋਗੇ। ਨਵਾਂ ਕੋਈ ਹੋਵੇਗਾ ਤਾਂ ਮੂੰਝ ਜਾਏਗਾ, ਇਹ ਕੀ ਕਿਹਾ। ਸਵਦਰਸ਼ਨ ਚੱਕਰਧਾਰੀ ਤਾਂ ਵਿਸ਼ਨੂੰ ਹੈ। ਇਹ ਨਵੀਂ ਗੱਲ ਹੈ ਨਾ। ਇਸ ਲਈ ਤੁਹਾਡੇ ਲਈ ਕਹਿੰਦੇ ਨੇ ਬਾਹਰ ਮੈਦਾਨ ਵਿੱਚ ਜਾਓ ਤਾਂ ਪਤਾ ਪਵੇ। ਤੁਹਾਡਾ ਹੈ ਗਿਆਨ ਮਾਰਗ। ਤੁਸੀਂ 5 ਵਿਕਾਰਾਂ ਤੇ ਜਿੱਤ ਪਾਉਂਦੇ ਹੋ। ਇਹਨਾਂ 5 ਵਿਕਾਰਾਂ ਨਾਲ ਤੁਹਾਡੀ ਲੜਾਈ ਹੈ। ਫਿਰ ਤੁਸੀਂ ਦੇਵਤਾ ਬਣ ਜਾਂਦੇ ਹੋ ਤਾਂ ਲੜਾਈ ਦੀ ਗੱਲ ਨਹੀਂ। ਉੱਥੇ ਅਸੁਰ ਹੈ ਤਾਂ ਦੇਵਤਾ ਨਹੀਂ ਹੁੰਦੇ। ਜਿੱਥੇ ਅਸੁਰ ਹੈ ਉੱਥੇ ਦੇਵਤਾ ਨਹੀਂ ਹੁੰਦੇ। ਤੁਸੀਂ ਹੋ ਬ੍ਰਾਹਮਣ, ਦੇਵਤਾ ਬਣਨ ਵਾਲੇ। ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਰੁਦਰ ਗਿਆਨ ਯੱਗ ਵਿੱਚ ਬ੍ਰਾਹਮਣ ਜ਼ਰੂਰ ਚਾਹੀਦੇ ਨੇ। ਸਿਵਾਏ ਬ੍ਰਾਹਮਣਾਂ ਦੇ ਯੱਗ ਨਹੀਂ ਹੁੰਦਾ। ਰੁਦਰ ਹੈ ਸ਼ਿਵ। ਫਿਰ ਕ੍ਰਿਸ਼ਨ ਦਾ ਨਾਮ ਕਿੱਥੋਂ ਆਇਆ ਤੁਸੀਂ ਜਾਣਦੇ ਹੋ। ਦੁਨੀਆ ਤੋਂ ਬਿਲਕੁਲ ਤੁਸੀਂ ਨਿਆਰੇ ਹੋ। ਤੁਸੀਂ ਕਿੰਨੇ ਥੋੜੇ ਹੋ। ਚਿੜੀਆਂ ਨੇ ਸਾਗਰ ਨੂੰ ਹੱਪ ਕੀਤਾ। ਸ਼ਾਸਤਰਾਂ ਵਿੱਚ ਦੰਤ ਕਥਾਵਾਂ ਕਿੰਨੀਆਂ ਲਿਖ ਦਿੱਤੀਆਂ। ਬਾਪ ਕਹਿੰਦੇ ਨੇ ਉਹ ਸਾਰਿਆਂ ਨੂੰ ਭੁੱਲ ਮਮ ਏਕਮ ਯਾਦ ਕਰੋ। ਆਤਮਾ ਹੀ ਬਾਪ ਨੂੰ ਯਾਦ ਕਰਦੀ ਹੈ। ਬਾਪ ਤਾਂ ਇੱਕ ਹੈ ਨਾ। ਹੇ ਪਰਮਾਤਮਾ ਵਾ ਪ੍ਰਭੂ ਕਹਿੰਦੇ ਨੇ। ਉਸ ਸਮੇਂ ਸ਼ਿਵਲਿੰਗ ਯਾਦ ਨਹੀਂ ਆਉਂਦਾ। ਸਿਰਫ ਈਸ਼ਵਰ ਜਾਂ ਪ੍ਰਭੂ ਕਹਿ ਦਿੰਦੇ। ਆਤਮਾ ਨੂੰ ਬਾਪ ਤੋਂ ਅੱਧਾ ਕਲਬ ਦਾ ਸੁੱਖ ਮਿਲਿਆ ਹੋਇਆ ਹੈ, ਤਾਂ ਹੀ ਭਗਤੀ ਮਾਰਗ ਵਿੱਚ ਯਾਦ ਕਰਦੀ ਹੈ। ਹੁਣ ਤੁਹਾਨੂੰ ਨੌਲੇਜ ਮਿਲੀ ਹੈ ਆਤਮਾ ਕੀ ਹੈ, ਪਰਮਾਤਮਾ ਕੀ ਹੈ। ਅਸੀਂ ਸਾਰੀਆਂ ਆਤਮਾਵਾਂ ਮੂਲ ਵਤਨ ਵਿੱਚ ਰਹਿਣ ਵਾਲੀਆਂ ਹਾਂ। ਉੱਥੋਂ ਤੋਂ ਨੰਬਰਵਾਰ ਪਾਠ ਵਜਾਉਣ ਆਉਂਦੀਆਂ ਹਾਂ। ਪਹਿਲੇ ਆਉਂਦੇ ਨੇ ਦੇਵੀ ਦੇਵਤਾ। ਕਹਿੰਦੇ ਨੇ ਕ੍ਰਾਈਸਟ ਤੋਂ ਪਹਿਲੇ ਦੇਵੀ ਦੇਵਤਾ ਧਰਮ ਸੀ। 5000 ਸਾਲ ਦੀ ਗੱਲ ਹੈ। ਉਹ ਲੋਕ ਤਾਂ ਕਹਿ ਦਿੰਦੇ ਫਲਾਨੀ ਚੀਜ਼ 50,000 ਸਾਲ ਪੁਰਾਣੀ ਹੈ, ਪਰੰਤੂ 50,000 ਸਾਲ ਪੁਰਾਣੀ ਚੀਜ਼ ਕੋਈ ਹੋ ਨਹੀਂ ਸਕਦੀ। ਡਰਾਮਾ ਹੈ ਹੀ 5000 ਸਾਲਾਂ ਦਾ। ਮੁੱਖ ਧਰਮ ਹੈ ਹੀ ਇਹੀ। ਇਹਨਾਂ ਧਰਮ ਵਾਲਿਆਂ ਦੇ ਮਕਾਨ ਆਦਿ ਵੀ ਹੋਣਗੇ। ਪਹਿਲੇ ਰਜੋਗੁਣੀ ਬੁੱਧੀ ਸੀ, ਹੁਣ ਤਾਂ ਹੋਰ ਵੀ ਤਮੋਗੁਣੀ ਬੁੱਧੀ ਵਾਲੇ ਨੇ। ਪ੍ਰਦਰਸ਼ਨੀ ਵਿੱਚ ਕਿੰਨਾ ਸਮਝਾਉਂਦੇ ਨੇ, ਕਿਸੇ ਦੀ ਸਮਝ ਵਿੱਚ ਥੋੜੀ ਆਉਂਦਾ ਹੈ। ਬ੍ਰਾਹਮਣਾਂ ਦੀ ਸੈਪਲਿੰਗ ਲੱਗਣੀ ਹੈ। ਹੁਣ ਬੱਚਿਆਂ ਨੂੰ ਸਮਝਾਇਆ ਗਿਆ ਹੈ ਗਿਆਨ ਅਲੱਗ ਚੀਜ਼ ਹੈ, ਭਗਤੀ ਅਲੱਗ ਚੀਜ਼ ਹੈ। ਗਿਆਨ ਤੋਂ ਸਦਗਤੀ ਹੁੰਦੀ ਹੈ। ਇਸ ਲਈ ਕਹਿੰਦੇ ਨੇ ਹੇ ਪਤਿਤ ਪਾਵਨ ਆਓ, ਦੁੱਖਾਂ ਤੋਂ ਲਿਬਰੇਟ ਕਰੋ। ਫਿਰ ਗਾਈਡ ਬਣ ਨਾਲ ਲੈ ਜਾਣਗੇ। ਬਾਪ ਆ ਕੇ ਆਤਮਾਵਾਂ ਨੂੰ ਨਾਲ ਲੈ ਜਾਂਦੇ ਨੇ। ਸਰੀਰ ਤਾਂ ਸਭ ਖਤਮ ਹੋ ਜਾਣਗੇ, ਵਿਨਾਸ਼ ਤਾਂ ਹੋਵੇਗਾ ਨਾ। ਸ਼ਾਸਤਰਾਂ ਵਿੱਚ ਮਹਾਭਾਰਤ ਦੀ ਲੜਾਈ ਗਾਈ ਹੋਈ ਹੈ। ਕਹਿੰਦੇ ਨੇ ਇਹੋ ਹੀ ਮਹਾਭਾਰਤ ਦੀ ਲੜਾਈ ਹੈ। ਉਹ ਤਾਂ ਲੱਗਣੀ ਹੀ ਹੈ। ਸਭ ਨੂੰ ਬਾਪ ਦਾ ਪਰਿਚੈ ਦਿੰਦੇ ਰਹੋ। ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣਨ ਦਾ ਉਪਾਅ ਇੱਕ ਹੀ ਹੈ।
ਬਾਬਾ ਕਹਿਣ, ਮਮ ਏਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ, ਆਤਮਾ ਮੇਰੇ ਨਾਲ ਚਲੀ ਜਾਏਗੀ। ਸਭ ਨੂੰ ਸੰਦੇਸ਼ ਦਿੰਦੇ ਰਹੋ ਤਾਂ ਬਹੁਤਿਆਂ ਦਾ ਕਲਿਆਣ ਹੋਵੇਗਾ। ਅੱਛਾ ਮਿੱਠੀ ਮਿੱਠੀ ਸਿੱਕਿਲਾ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਜੋ ਪੜ੍ਹਾਈ 'ਚ ਹੁਸ਼ਿਆਰ ਨੇ, ਚੰਗਾ ਸਮਝਾਉਂਦੇ ਨੇ, ਉਹਨਾਂ ਦਾ ਸੰਗ ਕਰਨਾ ਹੈ, ਉਹਨਾਂ ਨੂੰ ਰਿਗਾਰਡ ਦੇਣਾ ਹੈ, ਕਦੇ ਵੀ ਹੰਕਾਰ ਵਿੱਚ ਨਹੀਂ ਆਉਣਾ ਹੈ। ਦੂਜਾ, ਗਿਆਨ ਦੀਆਂ ਨਵੀਆਂ ਨਵੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਸਮਝਾਉਣਾ ਹੈ। ਇਸ ਖੁਸ਼ੀ ਵਿੱਚ ਰਹਿਣਾ ਹੈ, ਅਸੀਂ ਹਾਂ ਸਵਦਰਸ਼ਨ ਚੱਕਰਧਾਰੀ। ਵਰਦਾਨ ਹੈ, ਇੱਕ ਬਾਪ ਦੀ ਯਾਦ ਵਿੱਚ ਸਦਾ ਮਗਨ ਰਹਿ, ਇੱਕ ਰਸ ਅਵਸਥਾ ਬਣਾਉਣ ਵਾਲੇ ਸਾਕਸ਼ੀ ਦ੍ਰਿਸ਼ਟਾ ਭਵ। ਇੱਕ ਬਾਪ ਦੀ ਯਾਦ ਵਿੱਚ ਸਦਾ ਮਗਨ ਰਹਿ, ਇੱਕ ਰਸ ਅਵਸਥਾ ਬਣਾਉਣ ਵਾਲੇ ਸਾਕਸ਼ੀ ਦ੍ਰਿਸ਼ਟਾ ਭਵ। ਹੁਣ ਅਜਿਹੇ ਪੇਪਰ ਆਣੇ ਨੇ ਜੋ ਸੰਕਲਪ ਸੁਪਨ ਵਿੱਚ ਵੀ ਨਹੀਂ ਹੋਵੇਗਾ, ਪਰ ਤੁਹਾਡੀ ਪ੍ਰੈਕਟਿਸ ਅਜਿਹੀ ਹੋਣੀ ਚਾਹੀਦੀ ਹੈ ਜਿਵੇਂ ਹੱਦ ਦਾ ਡਰਾਮਾ ਸਾਕਸ਼ੀ ਹੋ ਕੇ ਵੇਖਿਆ ਜਾਂਦਾ ਹੈ। ਚਾਹੇ ਉਹ ਸੀਨ ਦਰਦਨਾਕ ਹੋਵੇ ਜਾਂ ਹੱਸੀ ਦਾ ਅੰਤਰ ਨਹੀਂ ਹੁੰਦਾ। ਐਵੇਂ ਚਾਹੇ ਕੋਈ ਦਾ ਰਮਣੀਕ ਪਾਠ ਹੋਵੇ, ਚਾਹੇ ਸਨੇਹੀ ਆਤਮਾ ਦਾ ਗੰਭੀਰ ਪਾਠ ਹੋਵੇ, ਹਰ ਪਾਠ ਨੂੰ ਸਾਕਸ਼ੀ ਦ੍ਰਿਸ਼ਟਾ ਹੋ ਕੇ ਵੇਖੋ। ਇੱਕ ਰਸ ਅਵਸਥਾ ਹੋਵੇ, ਪਰ ਐਜੀ ਅਵਸਥਾ ਉਦੋਂ ਹੋਵੇਗੀ ਜਦੋਂ ਸਦਾ ਇੱਕ ਬਾਪ ਦੀ ਯਾਦ ਵਿੱਚ ਮਗਨ ਰਹੋਗੇ। ਸਲੋਗਨ ਹੈ, ਦ੍ਰਿੜ ਨਿਸ਼ਚੈ ਤੋਂ ਆਪਣੇ ਭਾਗਿਆ ਨੂੰ ਨਿਸ਼ਚਿਤ ਕਰ ਦੋ ਤਾਂ ਸਦਾ ਨਿਸ਼ਚਿੰਤ ਰਹੋਗੇ। ਦ੍ਰਿੜ ਨਿਸ਼ਚੈ ਤੋਂ ਆਪਣੇ ਭਾਗਿਆ ਨੂੰ ਨਿਸ਼ਚਿਤ ਕਰ ਦੋ ਤਾਂ ਸਦਾ ਨਿਸ਼ਚਿੰਤ ਰਹੋਗੇ। ਅੱਛਾ, ਓਮ ਸ਼ਾਂਤੀ।